ਪਿਆਰੇ ਵਿਦਿਆਰਥੀਓ, ਅੱਜ ਦੀ ਸਮਾਜਿਕ ਦੀ ਕਲਾਸ ਵਿੱਚ ਅਸੀਂ ਪਾਠ ਪੜ੍ਹਨ ਜਾ ਰਹੇ ਹਾਂ ਕਿੱਥੇ, ਕਦੋਂ ਅਤੇ ਕਿਵੇਂ। ਇਸ ਦੇ ਵਿੱਚ ਅਸੀਂ ਇਤਿਹਾਸ ਦੇ ਬਾਰੇ ਜਾਣਾਂਗੇ ਕਿ ਇਤਿਹਾਸ ਨੂੰ ਕਿੰਨੇ ਵਰਗਾਂ ਵਿੱਚ ਵੰਡਿਆ ਗਿਆ ਸੀ ਅਤੇ ਕਿਸ ਤਰੀਕੇ ਨਾਲ ਕਿਵੇਂ ਕਿਹੜੇ ਰਾਜਿਆਂ ਨੇ ਇੱਥੇ ਰਾਜ ਕੀਤਾ ਅਤੇ ਉਹਨਾਂ ਦਾ ਰਾਜ ਸ਼ਾਸਨ ਕਿਸ ਤਰੀਕੇ ਨਾਲ ਚੱਲਦਾ ਹੁੰਦਾ ਸੀ। ਇਤਿਹਾਸ ਨੂੰ 3 ਵਰਗਾਂ ਯਾਨੀ ਕਿ 3 ਕਾਲਾਂ ਵਿੱਚ ਵੰਡਿਆ ਜਾਂਦਾ ਹੈ: ਪ੍ਰਾਚੀਨ, ਮੱਧਕਾਲ ਅਤੇ ਆਧੁਨਿਕ ਕਾਲ। ਜਿਸ ਹਿਸਾਬ ਨਾਲ ਅਸੀਂ 18ਵੀਂ ਸਦੀ ਅਤੇ 18ਵੀਂ ਸਦੀ ਤੋਂ ਬਾਅਦ ਦੇ ਇਤਿਹਾਸ ਨੂੰ ਮੱਧਕਾਲੀਨ ਕਹਿੰਦੇ ਹਾਂ, ਉਸ ਤੋਂ ਪਿਛਲੇ ਇਤਿਹਾਸ ਨੂੰ ਆਪਾਂ ਪ੍ਰਾਚੀਨ ਕਾਲ ਅਤੇ ਹੁਣ ਦੇ ਯਾਨੀ ਕਿ ਅੱਜ ਕੱਲ੍ਹ ਦੇ ਸਮੇਂ ਨੂੰ ਆਪਾਂ ਆਧੁਨਿਕ ਕਾਲ ਦੇ ਨਾਮ ਨਾਲ ਜਾਣਦੇ ਹਾਂ। ਸੋ ਇਸ ਤਰੀਕੇ ਨਾਲ ਅਸੀਂ 3 ਹਿੱਸਿਆਂ ਵਿੱਚ ਇਤਿਹਾਸ ਨੂੰ ਵੰਡਦੇ ਹਾਂ। ਸੋ ਹੁਣ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ 16ਵੀਂ ਸਦੀ ਵਿੱਚ ਜਦੋਂ ਬਾਬਰ, ਹਿਮਾਯੂ ਅਤੇ ਅਕਬਰ ਵਰਗੇ ਮੁਗਲ ਬਾਦਸ਼ਾਹ ਨੇ ਭਾਰਤ ਉੱਤੇ ਰਾਜ ਕੀਤਾ ਸੀ, ਉਦੋਂ ਮੱਧਕਾਲੀਨ ਸੀ ਅਤੇ ਉਸ ਸਮੇਂ ਨੂੰ ਆਪਾਂ ਮੱਧਕਾਲੀਨ ਨਾਲ ਜੋੜਦੇ ਹਾਂ। ਬਾਬਰ ਨੇ ਭਾਰਤ ਵਿੱਚ ਹਮਲਾ ਕੀਤਾ ਅਤੇ ਉਸ ਤੋਂ ਬਾਅਦ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ 18ਵੀਂ ਸਦੀ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਪਿੱਛੋਂ ਹੋ ਗਿਆ। ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਉਸ ਤੋਂ ਬਾਅਦ ਇਸ ਸਮੇਂ ਪੁਰਾਣੀਆਂ ਸ਼ਕਤੀਆਂ ਕਮਜ਼ੋਰ ਹੋਣ ਲੱਗ ਪਈਆਂ ਅਤੇ ਉਹਨਾਂ ਦੀ ਥਾਂ ਨਵੀਆਂ ਸ਼ਕਤੀਆਂ ਦਾ ਉਭਾਰ ਹੋਇਆ। ਉਹਨਾਂ ਸ਼ਕਤੀਆਂ ਦੇ ਆਪਸੀ ਝਗੜਿਆਂ ਨੇ ਬਹੁਤ ਸਾਰੀਆਂ ਵਿਦੇਸ਼ੀ ਸ਼ਕਤੀਆਂ ਪੁਰਤਗਾਲੀ, ਡੱਚ, ਅੰਗਰੇਜ਼ ਅਤੇ ਫਰਾਂਸੀਸੀਆਂ ਨੂੰ ਭਾਰਤ ਵਿੱਚ ਆਪਣਾ ਸਾਮਰਾਜ ਸਥਾਪਿਤ ਕਰਨ ਲਈ ਸੱਦਾ ਦਿੱਤਾ। ਉਸ ਤੋਂ ਬਾਅਦ ਬਹੁਤ ਸਾਰੇ ਅੰਗਰੇਜ਼ੀ ਸ਼ਾਸਕ ਭਾਰਤ ਵਿੱਚ ਆਉਣਾ ਸ਼ੁਰੂ ਹੋ ਗਏ, ਜਿਸ ਕਰਕੇ ਭਾਰਤ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਅਤੇ ਉਪਲਬਧੀਆਂ ਵੀ ਆਈਆਂ, ਜਿਸ ਕਰਕੇ ਭਾਰਤ ਵਿੱਚ ਰਾਜ ਸ਼ਾਸਨ ਜਿਹੜਾ ਖਤਮ ਹੋਣਾ ਸ਼ੁਰੂ ਹੋ ਗਿਆ ਅਤੇ ਅੰਗਰੇਜ਼ਾਂ ਨੇ ਆਪਣਾ ਸ਼ਾਸਨ ਸ਼ੁਰੂ ਕਰ ਦਿੱਤਾ। ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਮੁਗਲ ਸਾਮਰਾਜ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਰਿਆਸਤਾਂ ਆਜ਼ਾਦ ਹੋ ਗਈਆਂ। 1724 ਈਸਵੀ ਵਿੱਚ ਸਭ ਤੋਂ ਪਹਿਲਾਂ ਨਿਜ਼ਾਮ-ਉਲ-ਮੁਲਕ ਨੇ ਹੈਦਰਾਬਾਦ ਸੁਤੰਤਰ ਰਾਜ ਦੀ ਨੀਂਹ ਰੱਖੀ। ਉਸ ਸਮੇਂ ਨਿਜ਼ਾਮ-ਉਲ-ਮੁਲਕ ਨੇ ਸਭ ਤੋਂ ਪਹਿਲਾਂ ਸੁਤੰਤਰ ਰਾਜ ਬਣਾਇਆ, ਜਿਸ ਦੀ ਨੀਂਹ ਉਸਨੇ ਰੱਖੀ, ਜਿਨ੍ਹਾਂ ਦਾ ਨਾਂ ਸੀ ਨਿਜ਼ਾਮ-ਉਲ-ਮੁਲਕ, ਜੋ ਕਿ ਹੈਦਰਾਬਾਦ ਦੇ ਸੀ। ਹੁਣ ਇਸ ਤੋਂ ਬਾਅਦ ਅਸੀਂ ਜਾਣਾਂਗੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਕਿਹੜੇ ਪ੍ਰਮੁੱਖ ਕੰਮ ਕੀਤੇ ਅਤੇ ਕਿਸ ਤਰੀਕੇ ਨਾਲ ਉਹਨਾਂ ਨੇ ਸੁਤੰਤਰ ਰਾਜ ਦੀ ਨੀਂਹ ਰੱਖੀ, ਜੋ ਕਿ ਉਹਨਾਂ ਨੇ ਬਹੁਤ ਯੋਗਦਾਨ ਪਾਏ ਅਤੇ ਬਹੁਤ ਸਾਰੀ ਐਫਰਟਸ ਨਾਲ ਉਸ ਨੂੰ ਸੁਤੰਤਰ ਕੀਤਾ। ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਮੁਗਲ ਸਾਮਰਾਜ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਬਹੁਤ ਸਾਰੀਆਂ ਰਿਆਸਤਾਂ ਆਜ਼ਾਦ ਹੋ ਗਈਆਂ। 1739 ਈਸਵੀ ਵਿੱਚ ਸਆਦਤ ਖਾਂ ਨੇ ਵੀ ਇਸ ਨੂੰ ਆਜ਼ਾਦ ਕਰਾਇਆ। ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਮੁਗਲ ਸਾਮਰਾਜ ਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਆਜ਼ਾਦ ਹੋਈਆਂ। ਦੱਖਣ ਵਿੱਚ ਮੈਸੂਰ ਸੁਤੰਤਰ ਰਾਜ ਦੀ ਸਥਾਪਨਾ ਹੋਈ, ਜਿਸ ਦਾ ਸ਼ਾਸਕ ਹੈਦਰ ਅਲੀ ਅਤੇ ਉਸ ਦਾ ਪੁੱਤਰ ਟੀਪੂ ਸੁਲਤਾਨ ਸੀ। ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ 1744 ਈਸਵੀ ਤੋਂ 1763 ਈਸਵੀ ਤੱਕ ਕਰਨਾਟਕ ਵਿੱਚ 3 ਯੁੱਧ ਹੋਏ, ਜਿਨ੍ਹਾਂ ਵਿੱਚ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ ਉਹ ਜਿੱਤ ਤੋਂ ਬਾਅਦ ਅੰਗਰੇਜ਼ਾਂ ਦਾ ਹੌਸਲੇ ਬੁਲੰਦ ਹੋ ਗਏ, ਜਿਸ ਕਰਕੇ ਉਹਨਾਂ ਨੇ ਅਲੱਗ-ਅਲੱਗ ਥਾਵਾਂ 'ਤੇ ਹਮਲੇ ਕਰਕੇ ਉੱਥੇ ਜਿੱਤ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਅੰਗਰੇਜ਼ੀ ਰਾਜ ਦਾ ਸਥਾਪਨਾ ਹੋ ਗਈ ਅਤੇ ਉਹਨਾਂ ਨੇ ਭਾਰਤ ਵਿੱਚ ਰਾਜ ਕਰਨਾ ਸ਼ੁਰੂ ਕਰਤਾ। ਆਧੁਨਿਕ ਭਾਰਤੀ ਇਤਿਹਾਸ ਦੇ ਪ੍ਰਮੁੱਖ ਸਰੋਤ ਜਿਵੇਂ ਕਿ ਪੁਸਤਕਾਂ, ਸਰਕਾਰੀ ਦਸਤਾਵੇਜ਼, ਅਖਬਾਰਾਂ, ਮੈਗਜ਼ੀਨ, ਰਸਾਲੇ, ਇਤਿਹਾਸਿਕ ਇਮਾਰਤਾਂ, ਚਿੱਤਰਕਾਰੀ ਅਤੇ ਬੁੱਤ ਕਲਾ, ਇਹ ਸਾਰੇ ਸਰੋਤ ਸਾਨੂੰ ਅਲੱਗ-ਅਲੱਗ ਥਾਵਾਂ ਤੋਂ ਮਿਲਦੇ ਹਨ, ਜਿਨ੍ਹਾਂ ਤੋਂ ਸਾਨੂੰ ਆਧੁਨਿਕ ਭਾਰਤੀ ਇਤਿਹਾਸ ਦੇ ਬਾਰੇ ਜਾਣਕਾਰੀ ਬਹੁਤ ਹੀ ਡਿਟੇਲ ਵਿੱਚ ਮਿਲਦੀ ਹੈ। ਸੋ ਇਹ ਬਹੁਤ ਹੀ ਅਲੱਗ-ਅਲੱਗ ਪ੍ਰਕਾਰ ਦੇ ਸਰੋਤ ਹਨ, ਜੋ ਕਿ ਪੁਰਾਣੇ ਸਮੇਂ ਤੋਂ ਕਿਤੇ ਨਾ ਕਿਤੇ ਮਿਲਦੇ ਰਹੇ ਹਨ। ਜਿਵੇਂ ਕਿ ਕਈ ਕਿਤਾਬਾਂ ਇਸ ਤਰ੍ਹਾਂ ਦੀਆਂ ਹਨ, ਜਿੱਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਵਿਦੇਸ਼ੀ ਕਿਹੜੇ ਯਾਤਰੀ ਆਏ। ਕਈ ਵਿਦੇਸ਼ੀ ਯਾਤਰੀਆਂ ਨੇ ਅਲੱਗ-ਅਲੱਗ ਕਿਤਾਬਾਂ ਲਿਖੀਆਂ, ਜਿਨ੍ਹਾਂ ਤੋਂ ਸਾਨੂੰ ਬਹੁਤ ਸਾਰੇ ਇਤਿਹਾਸ ਦੇ ਬਾਰੇ ਪਤਾ ਲੱਗਦਾ ਹੈ, ਜੋ ਕਿ ਸਾਨੂੰ ਯਾਦ ਵੀ ਭੁੱਲ ਚੁੱਕੇ ਸਨ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਬਹੁਤ ਡਿਟੇਲ ਵਿੱਚ ਜਾਣਕਾਰੀ ਪ੍ਰਾਪਤ ਹੋਈ। ਉਸ ਤੋਂ ਬਾਅਦ ਪੁਸਤਕਾਂ। ਆਧੁਨਿਕ ਕਾਲ ਵਿੱਚ ਛਾਪੇਖਾਨੇ ਦੀ ਖੋਜ ਨਾਲ ਭਾਰਤੀ ਭਾਸ਼ਾਵਾਂ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਪੁਸਤਕਾਂ ਛਾਪੀਆਂ ਗਈਆਂ, ਜਿਨ੍ਹਾਂ ਤੋਂ ਸਾਨੂੰ
ਸਾਹਿਤ ਕਲਾ, ਵਿਗਿਆਨ, ਇਤਿਹਾਸ ਅਤੇ ਸੰਗੀਤ ਆਦਿ ਬਾਰੇ ਜਾਣਕਾਰੀ ਮਿਲਦੀ ਹੈ। ਸਾਨੂੰ ਇਹਨਾਂ ਸਾਰੀਆਂ ਕਿਤਾਬਾਂ ਤੋਂ, ਇਹਨਾਂ ਸਾਰੀਆਂ ਪੁਸਤਕਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਜੋ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਵੀ ਉਹ ਕੰਮ ਆਉਂਦੀਆਂ ਨੇ। ਸਰਕਾਰੀ ਦਸਤਾਵੇਜ਼, ਇਸ ਦੁਆਰਾ ਸਾਨੂੰ ਭਾਰਤੀ ਤਾਕਤਾਂ ਅਤੇ ਵਿਦੇਸ਼ੀ ਤਾਕਤਾਂ ਦੇ ਆਪਸੀ ਵਿਹਾਰ ਅਤੇ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਭਾਰਤੀ ਤਾਕਤਾਂ ਨੂੰ ਆਪਣੇ ਅਧੀਨ ਕੀਤਾ, ਇਸ ਦੇ ਬਾਰੇ ਪੂਰੀ ਜਾਣਕਾਰੀ ਪੂਰੀ ਡਿਟੇਲ ਵਿੱਚ ਇਹਨਾਂ ਸਰਕਾਰੀ ਦਸਤਾਵੇਜ਼ਾਂ ਤੋਂ ਸਾਨੂੰ ਮਿਲਦੀ ਹੈ। ਇਹ ਸਰਕਾਰੀ ਦਸਤਾਵੇਜ਼ ਬਹੁਤ ਸਾਰੀਆਂ ਜਗ੍ਹਾ 'ਤੇ ਸਾਨੂੰ ਮਿਲਦੇ ਹਨ। ਅੱਜ ਕੱਲ੍ਹ ਜਿਸ ਤਰੀਕੇ ਨਾਲ ਅਸੀਂ ਸਰਕਾਰੀ ਦਸਤਾਵੇਜ਼ ਸੰਭਾਲ ਕੇ ਰੱਖਦੇ ਹਾਂ ਜਾਂ ਸਰਕਾਰੀ ਦਸਤਾਵੇਜ਼ ਦੇ ਉੱਤੇ ਡਿਟੇਲਿੰਗ ਹੁੰਦੀ ਹੈ, ਇਸੇ ਪ੍ਰਕਾਰ ਨਾਲ ਪੁਰਾਣੇ ਜ਼ਮਾਨੇ ਵਿੱਚ ਵੀ ਇਸ ਹਿਸਾਬ ਕਿਤਾਬ ਨੂੰ, ਇਸ ਦਸਤਾਵੇਜ਼ਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਸੀ। ਅਖਬਾਰਾਂ, ਮੈਗਜ਼ੀਨ ਅਤੇ ਰਸਾਲੇ, ਵੱਖ-ਵੱਖ ਭਾਸ਼ਾਵਾਂ ਵਿੱਚ ਛਾਪੇ ਗਏ ਅਖਬਾਰਾਂ, ਮੈਗਜ਼ੀਨ ਅਤੇ ਰਸਾਲੇ ਤੋਂ ਵੀ ਸਾਨੂੰ ਭਾਰਤ ਦੇ ਆਧੁਨਿਕ ਕਾਲ ਬਾਰੇ ਜਾਣਕਾਰੀ ਮਿਲਦੀ ਹੈ। ਕਈ ਅਖਬਾਰਾਂ ਜੋ ਕਿ ਇਤਿਹਾਸ ਦੇ ਸਮੇਂ ਤੋਂ ਚੱਲਦੀਆਂ ਸੀ, ਅੱਜ ਕੱਲ੍ਹ ਵੀ ਚੱਲ ਰਹੀਆਂ ਨੇ, ਜਿਵੇਂ ਕਿ ਟਾਈਮਜ਼ ਆਫ ਇੰਡੀਆ ਜਾਂ ਫਿਰ ਕੋਈ ਉਰਦੂ ਦੀਆਂ ਜਾਂ ਪੰਜਾਬੀ ਦੀਆਂ ਪੁਰਾਣੀਆਂ ਅਖਬਾਰਾਂ ਜੋ ਕਿ ਪੁਰਾਣੇ ਇਤਿਹਾਸਿਕ ਸਮੇਂ ਤੋਂ ਅੱਜ ਤੱਕ ਚੱਲ ਰਹੀਆਂ ਨੇ। ਇਤਿਹਾਸਿਕ ਇਮਾਰਤਾਂ ਤੋਂ ਸਾਨੂੰ ਉਸ ਸਮੇਂ ਦੇ ਭਾਰਤ ਦੀ ਭਵਨ ਉਸਾਰੀ ਕਲਾ ਬਾਰੇ ਜਾਣਕਾਰੀ ਮਿਲਦੀ ਹੈ। ਇਹ ਇਮਾਰਤਾਂ ਅੱਜ ਵੀ ਮੌਜੂਦ ਹਨ ਜੋ ਕਿ ਅਲੱਗ-ਅਲੱਗ ਥਾਵਾਂ 'ਤੇ, ਜਿਵੇਂ ਕਿ ਚਿੱਤਰ ਵਿੱਚ ਦਰਸਾਏ ਗਏ ਦਿੱਲੀ ਦੀਆਂ ਕੁਝ ਇਮਾਰਤਾਂ ਹਨ ਜੋ ਕਿ ਰਾਸ਼ਟਰਪਤੀ ਭਵਨ ਜਾਂ ਫਿਰ ਸੰਸਦ ਭਵਨ ਹਨ, ਜੋ ਕਿ ਤੁਹਾਨੂੰ ਇਤਿਹਾਸਿਕ ਇਮਾਰਤਾਂ ਦਾ ਵਜੂਦ ਦੱਸਦੇ ਹਨ, ਜਿੱਥੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਉਹਨਾਂ ਦੇ ਭਵਨ ਨਿਰਮਾਣ ਕਲਾ ਦੀ ਵੀ ਜਾਣਕਾਰੀ ਮਿਲਦੀ ਹੈ ਕਿ ਕਿਸ ਤਰੀਕੇ ਨਾਲ ਉਹ ਭਵਨਾਂ ਨੂੰ ਨਿਰਮਾਣ ਕਰਦੇ ਹੁੰਦੇ ਸਨ। ਚਿੱਤਰਕਾਰੀ ਅਤੇ ਬੁੱਤ ਕਲਾ, ਇਹਨਾਂ ਤੋਂ ਸਾਨੂੰ ਰਾਸ਼ਟਰੀ ਨੇਤਾਵਾਂ ਅਤੇ ਮਹਾਨ ਇਤਿਹਾਸਿਕ ਸ਼ਖਸੀਅਤਾਂ ਬਾਰੇ ਜਾਣਕਾਰੀ ਮਿਲਦੀ ਹੈ। ਕਈ ਸਾਡੀਆਂ ਇਮਾਰਤਾਂ ਇਸ ਤਰ੍ਹਾਂ ਦੀਆਂ ਹਨ ਜਿੱਥੇ ਕਿ ਬਹੁਤ ਸਾਰੀ ਚਿੱਤਰਕਾਰੀ ਜੋ ਕਿ ਸਾਡੇ ਮਹਾਨ ਨੇਤਾਵਾਂ ਦੇ ਨਾਲ ਰਿਲੇਟਡ, ਉਹਨਾਂ ਨਾਲ ਸੰਬੰਧਿਤ ਚਿੱਤਰਕਾਰੀ ਕੀਤੀ ਗਈ ਹੈ। ਸੋ ਇਹ ਸੀ ਸਾਡੇ ਪਾਠ ਦੇ ਰਿਲੇਟਡ ਇਨਫੋਰਮੇਸ਼ਨ। ਹੁਣ ਅੱਗੋਂ ਮੈਂ ਤੁਹਾਡੇ ਨਾਲ ਕੁਝ ਪ੍ਰਸ਼ਨ ਉੱਤਰ ਸਾਂਝੇ ਕੀਤੇ ਹਨ ਜੋ ਕਿ ਤੁਸੀਂ ਦੇਖ ਕੇ ਆਪਣੀ ਕਾਪੀ 'ਤੇ ਲਿਖ ਸਕਦੇ ਹੋ ਅਤੇ ਨਾਲ ਦੇ ਨਾਲ ਇਹਨਾਂ ਨੂੰ ਯਾਦ ਵੀ ਕਰੋਗੇ। ਅਗਰ ਫਿਰ ਵੀ ਤੁਹਾਨੂੰ ਕੋਈ ਡਾਊਟ, ਦਿੱਕਤ ਰਹਿ ਜਾਵੇ ਤਾਂ ਤੁਸੀਂ ਮੇਰੇ ਨਾਲ